ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ। ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ। ਮੇਰੇ ਜੀ ਮਾਧੋ ਜੀ। ਹਾਂ ਮੇਰੇ ਜੀ ਮਾਧੋ ਜੀ। ਓ ਮੇਰੇ ਜੀ ਮਾਧੋ ਜੀ। ਹਾਂ ਮੇਰੇ ਜੀ ਮਾਧੋ ਜੀ। ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ। ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ। ਆਓ ਗੁਰੂ ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਜੀ, ਸੁਭਾਗੀਆਂ ਘੜੀਆਂ ਆਪਾਂ ਨੂੰ ਰੋਜ਼ਾਨਾ ਹੀ ਸਤਸੰਗ ਦੀਆਂ ਪ੍ਰਾਪਤ ਹੁੰਦੀਆਂ ਨੇ। ਗੁਰੂ ਮਹਾਰਾਜ ਜੀ ਦੀ ਕਿਰਪਾ ਦੀ ਸਦਕਾ 1 ਜੁਲਾਈ ਤੋਂ ਲੈ ਕੇ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨੇ। ਧੰਨ ਧੰਨ ਪੂਰਨ ਬ੍ਰਹਮ ਗਿਆਨੀ 111 ਸ਼੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ, ਉਹਨਾਂ ਤੋਂ ਬਰੋਸਾਏ 108 ਸ਼੍ਰੀਮਾਨ ਸੰਤ ਬਾਬਾ ਨਾਰ ਸਿੰਘ ਜੀ ਮਹਾਰਾਜ, ਸ਼੍ਰੀਮਾਨ ਸੰਤ ਬਾਬਾ ਬੰਤ ਸਿੰਘ ਜੀ, ਜੋ ਕਿ ਸ਼੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਜੀਆਂ ਦੀ ਫਲਵਾੜੀ ਦੇ ਵਿੱਚੋਂ ਮਹਾਂਪੁਰਖਾਂ ਦੀ ਆਪਾਂ ਯਾਦਾਂ ਮਨਾ ਰਹੇ ਹਾਂ। ਬਖਸ਼ੇ ਹੋਏ ਮਹਾਂਪੁਰਸ਼ ਜਿਨ੍ਹਾਂ ਨੇ ਸਾਧ ਸੰਗਤ ਜੀ ਜਿੱਥੇ ਵੀ ਮਹਾਂਪੁਰਸ਼ਾਂ ਨੂੰ ਯਾਦ ਕੀਤਾ ਉੱਥੇ ਹੀ ਮਹਾਂਪੁਰਸ਼ ਉਹਨਾਂ ਦੇ ਨਾਲ ਸਹਾਈ ਹੋਏ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਟਾਈਮ ਐਵੇਂ ਮਹਾਂਪੁਰਸ਼ਾਂ ਦੀ ਕਮਾਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੋਲ ਰਹੀ ਹੈ। 108 ਸ਼੍ਰੀ ਅਖੰਡ ਪਾਠ ਸਾਹਿਬ ਤਕਰੀਬਨ ਅੱਜ ਤੱਕ ਹੋ ਚੁੱਕੇ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ, ਤੇ ਹੁੰਦੇ ਰਹਿਣਗੇ। ਦੁਨੀਆ ਦੇ ਵਿੱਚ ਸਾਧ ਸੰਗਤ ਜੀ ਸਤਿਪੁਰਸ਼ਾਂ ਦੀ ਕਮਾਈ ਬੋਲਦੀ ਹੈ, ਤੇ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਆਪਾਂ ਜੁੜ ਕੇ ਰੋਜ਼ਾਨਾ ਹੀ ਸਤਸੰਗ ਦੀਆਂ ਘੜੀਆਂ ਪ੍ਰਾਪਤ ਕਰਦੇ ਹਾਂ। ਕਿੰਨਾ ਆਨੰਦ ਵਰਤ ਰਿਹਾ ਸਾਧ ਸੰਗਤ ਜੀ। ਹਰ ਤਰ੍ਹਾਂ ਦੀ ਲੁੱਟ ਪਈ ਹੋਈ ਹੈ ਰਾਮ ਨਾਮ ਦੀ ਸੇਵਾ ਦੀ। ਜਿਸ ਦੀ ਵੀ ਸਾਧ ਸੰਗਤ ਜੀ ਭਾਵਨਾ ਉਹ ਉਸ ਤਰ੍ਹਾਂ ਸਾਧ ਸੰਗਤ ਜੀ ਹਰ ਤਰ੍ਹਾਂ ਲਾਹਾ ਪ੍ਰਾਪਤ ਕਰ ਰਿਹਾ ਹੈ। ਸੋ ਉਪਰਾਲਾ ਮਹਾਂਪੁਰਸ਼ਾਂ ਦਾ ਆਏ ਸਾਲ ਦੀ ਤਰ੍ਹਾਂ ਸਾਲ ਦੇ ਵਿੱਚ ਪਤਾ ਨਹੀਂ ਕਿੰਨੇ ਪ੍ਰੋਗਰਾਮ ਹੁੰਦੇ ਨੇ। ਲਾਹਾ ਲੈਣ ਵਾਲੇ ਲੈ ਜਾਂਦੇ ਨੇ, ਪਰ ਸਾਧ ਸੰਗਤ ਜੀ ਜਿਹੜਿਆਂ ਨੇ ਨਹੀਂ ਆਉਣਾ ਰਹਿਣਾ, ਜਿਨ੍ਹਾਂ ਦੇ ਭਾਗਾਂ ਦੇ ਵਿੱਚ ਸਤਸੰਗ ਨਹੀਂ, ਉਹ ਸਾਧ ਸੰਗਤ ਜੀ ਕੋਲ ਹੋ ਕੇ ਵੀ ਦੂਰ ਹੋ ਜਾਂਦੇ ਨੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਮਹਾਂਪੁਰਸ਼ਾਂ ਦੀ ਆਪਾਂ ਕੀ ਮਹਿਮਾ ਕਹਿ ਸਕਦੇ ਹਾਂ ਜਿਨ੍ਹਾਂ ਨੇ ਸਾਧ ਸੰਗਤ ਜੀ ਜਿਹਨੂੰ ਵੀ ਕੋਈ ਬਚਨ ਕਰ ਦਿੱਤਾ ਤਾਂ ਮਹਾਂਪੁਰਸ਼ਾਂ ਨੇ ਛਾਤੀ ਤੇ ਹੱਥ ਮਾਰ ਕੇ ਕਹਿਣਾ, ਭਾਈ ਜੇ ਬਚਨ ਪੂਰਾ ਨਾ ਹੋਇਆ ਤਾਂ ਸਾਧ ਨਾ ਆਖਿਓ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਸਾਧ ਸੰਗਤ ਜੀ ਮਨਾਈ ਜਾ ਰਹੀ ਹੈ। ਆਪਾਂ ਰੋਜ਼ਾਨਾ ਹਾਜ਼ਰੀਆਂ ਭਰਦੇ ਹਾਂ। ਸੋ ਆਓ ਸਾਰੇ ਸਾਧ ਸੰਗਤ ਜੀ ਆਪਾਂ ਜਿੰਨਾ ਵੀ ਲਾਹਾ ਲਿਆ ਜਾਵੇ ਓਨਾ ਹੀ ਥੋੜਾ ਹੈ। ਉਹਨਾਂ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਆਪਾਂ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਦੀ ਬਾਣੀ ਇਸ ਤਰ੍ਹਾਂ ਕਹਿੰਦੀ ਹੈ।
ਮਹਿਮਾ ਸਾਰੇ ਹੀ ਜੁਗਾਂ ਦੇ ਵਿੱਚ ਹੋਵੇ, ਰੱਬਾ ਤੇਰੇ ਪਿਆਰਿਆਂ ਦੀ ਮਹਿਮਾ ਚਾਰੇ ਹੀ ਕੁੰਟਾਂ ਦੇ ਵਿੱਚ ਹੋਵੇ, ਰੱਬਾ ਤੇਰੇ ਪਿਆਰਿਆਂ ਦੀ ਮਹਿਮਾ ਚਾਰੇ ਹੀ ਕੁੰਟਾਂ ਦੇ ਵਿੱਚ ਹੋਵੇ, ਰੱਬਾ ਤੇਰੇ ਪਿਆਰਿਆਂ ਦੀ ਮਹਿਮਾ ਚਾਰੇ ਹੀ ਕੁੰਟਾਂ ਦੇ ਵਿੱਚ ਹੋਵੇ, ਰੱਬਾ ਤੇਰੇ ਪਿਆਰਿਆਂ ਦੀ ਸਾਰੇ ਹੀ ਕੁੰਟਾਂ ਦੇ ਵਿੱਚ ਹੋਵੇ, ਮਹਿਮਾ ਤੇਰੇ ਪਿਆਰਿਆਂ ਦੀ ਚਾਰੇ ਹੀ ਕੁੰਟਾਂ ਦੇ ਵਿੱਚ ਹੋਵੇ, ਮਹਿਮਾ ਤੇਰੇ ਪਿਆਰਿਆਂ ਦੀ ਚਾਰੇ ਹੀ ਕੁੰਟਾਂ ਦੇ ਵਿੱਚ ਹੋਵੇ, ਰੱਬਾ ਤੇਰੇ ਪਿਆਰਿਆਂ ਦੀ ਮਹਿਮਾ ਚਾਰੇ ਹੀ ਕੁੰਟਾਂ ਦੇ ਵਿੱਚ ਹੋਵੇ, ਰੱਬਾ ਤੇਰੇ ਪਿਆਰਿਆਂ ਦੀ ਤੇਰੀ ਕਰਨੀ ਨੂੰ ਵੇਖ ਜਗ ਰੋਵੇ, ਸੱਚਖੰਡ ਜਾਣ ਵਾਲਿਆ ਕਰਨੀ ਨੂੰ ਵੇਖ ਜਗ ਰੋਵੇ, ਸੱਚਖੰਡ ਜਾਣ ਵਾਲਿਆ ਕਰਨੀ ਨੂੰ ਦੇਖ ਜਗ ਰੋਵੇ, ਜਾਣ ਵਾਲਿਆ ਤੇਰੀ ਕਰਨੀ ਨੂੰ ਦੇਖ ਜਗ ਰੋਵੇ, ਸੱਚਖੰਡ ਜਾਣ ਵਾਲਿਆ ਉਹ ਸੱਚਖੰਡ ਜੀ ਜਾਣ ਵਾਲਿਆ, ਸੱਚਖੰਡ ਜੀ ਜਾਣ ਵਾਲਿਆ, ਸੱਚਖੰਡ ਜੀ ਜਾਣ ਵਾਲਿਆ, ਉਹ ਸੱਚਖੰਡ ਜੀ ਜਾਣ ਵਾਲਿਆ ਕਰਨੀ ਨੂੰ ਵੇਖ ਜਗ ਰੋਵੇ, ਸੱਚਖੰਡ ਜਾਣ ਵਾਲਿਆ ਕਰਨੀ ਨੂੰ ਵੇਖ ਜਗ ਰੋਵੇ, ਸੱਚਖੰਡ ਜਾਣ ਵਾਲਿਆ ਦੇਖ ਜਗ ਰੋਵੇ, ਸੱਚਖੰਡ ਜਾਣ ਵਾਲਿਆ ਤੇਰੀ ਕਰਨੀ ਨੂੰ ਦੇਖ ਜਗ ਰੋਵੇ, ਸੱਚਖੰਡ ਜਾਣ ਵਾਲਿਆ ਅੱਜ ਲੱਗੀ ਆ ਰੌਣਕਾਂ ਭਾਰੀ, ਸਾਧੂ ਦੀ ਕਮਾਈ ਬੋਲਦੀ ਲੱਗੀ ਆ ਰੌਣਕਾਂ ਭਾਰੀ, ਸਾਧੂ ਦੀ ਕਮਾਈ ਬੋਲਦੀ ਅੱਜ ਲੱਗੀਆਂ ਰੌਣਕਾਂ ਭਾਰੀ, ਸਾਧੂ ਦੀ ਕਮਾਈ ਬੋਲਦੀ ਅੱਜ ਲੱਗੀਆਂ ਰੌਣਕਾਂ ਭਾਰੀ, ਸਾਧੂ ਦੀ ਕਮਾਈ ਬੋਲਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਣ ਕਾਇ ਹੈ ਸੁਆਓ ਜਨ ਕੈ ਸੰਗ ਚਿਤ ਆਵੈ ਨਾਉ ਫੁੱਲ ਸੁੱਕ ਗੇ ਬਾਗ ਦੇ ਤੇਰੇ ਕਿੱਥੇ ਜਾ ਕੇ ਬਹਿ ਗਿਆ ਮਾਲੀਆ ਸੁੱਕ ਗਏ ਬਾਗ ਦੇ ਤੇਰੇ ਕਿੱਥੇ ਜਾ ਕੇ ਬਹਿ ਗਿਆ ਮਾਲੀਆ ਕਿੱਥੇ ਜਾ ਕੇ ਬਹਿ ਗਿਆ
ਉਹ ਕਿੱਥੇ ਜਾ ਕੇ ਜੀ ਬਹਿ ਗਿਆ ਮਾਲੀਆ, ਕਿੱਥੇ ਜਾ ਕੇ ਜੀ ਬਹਿ ਗਿਆ ਮਾਲੀਆ। ਜਾ ਕੇ ਜੀ ਬਹਿ ਗਿਆ ਮਾਲੀਆ, ਜਾ ਕੇ ਜੀ ਬਹਿ ਗਿਆ ਮਾਲੀਆ, ਜਾ ਕੇ ਜੀ ਬਹਿ ਗਿਆ ਮਾਲੀਆ, ਕਿੱਥੇ ਜਾ ਕੇ ਜੀ ਬਹਿ ਗਿਆ ਮਾਲੀਆ। ਜਾ ਕੇ ਜੀ ਬਹਿ ਗਿਆ ਮਾਲੀਆ, ਜਾ ਕੇ ਜੀ ਬਹਿ ਗਿਆ ਮਾਲੀਆ। ਸੁੱਕ ਗਏ ਬਾਗ ਦੇ ਤੇਰੇ, ਕਿੱਥੇ ਜਾ ਕੇ ਬਹਿ ਗਿਆ ਮਾਲੀਆ। ਫੁੱਲ ਸੁੱਕ ਗਏ ਬਾਗ ਦੇ ਤੇਰੇ, ਕਿੱਥੇ ਜਾ ਕੇ ਬਹਿ ਗਿਆ ਮਾਲੀਆ। कहाँ गए बाबा बोलते थे, देही के संग रहते। सुरत माहे जो नृत्य करते, कथा वार्ता कहते। साधु हुंदे ने जगत दा वेड़ा, कर कर जाके तार दे। साधु हुंदे ने जगत दा वेड़ा, कर कर जाके तार दे। कर जाके तार दे। हुंदे ने जगत दा वेड़ा, कर कर जाके तार दे। जाके तार दे, काद काद जी जाके तार दे। जाके तार दे, जाके तार दे। काद काद जी जाके तार दे। काद काद ने जाके तार दे। तार जी जाके तार दे, तार जी जाके तार दे। हुंदे ने जगत दा वेड़ा, कद कद जाके तार दे। ओ हुंदे ने जगत दा वेड़ा, कद कद जाके तार दे। जगत दा वेड़ा, कर जाके तार दे। जगत दा वेड़ा, कर जाके तार दे। आप मुक्त मुक्त करे संसार, नानक तिस जन को सदा नमस्कार।
ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੈ ਮੇਰਾ, ਜਿਉ ਬੁਲਾਏ ਤਿਉ ਬੋਲਾਂ ਸੁਆਮੀ। ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ। ਸਾਬਿਦ ਤੁਮ ਜਾਣੋ ਹਰ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਤਾ। ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ। ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ, ਸਾਨੂੰ ਰੁਲਦੇ ਫਿਰਦਿਆਂ ਨੂੰ ਗੁਰੂ ਜੀ ਲਾ ਲੋ ਆਪਣੇ ਚਰਨੀ। ਸਾਨੂੰ ਰੁਲਦੇ ਫਿਰਦਿਆਂ ਨੂੰ ਗੁਰੂ ਜੀ ਲਾ ਲੋ ਆਪਣੇ ਚਰਨੀ। ਰੁਲਦੇ ਫਿਰਦਿਆਂ ਨੂੰ ਗੁਰੂ ਜੀ ਲਾ ਲੋ ਆਪਣੇ ਚਰਨੀ। ਸਾਨੂੰ ਰੁਲਦੇ ਫਿਰਦਿਆਂ ਨੂੰ ਗੁਰੂ ਜੀ ਲਾ ਲੋ ਆਪਣੇ ਚਰਨੀ। ਆਪਣੇ ਚਰਨੀ।
पावै त्यों राख लै। हम शरण प्रभ आए राम राजे। हम बोल बगाड़ै दिन सरात। हर लाज रखाए हम बारक। तुम गुर पिता है दे मत समझाए। जन नानक दास हर कांडिया हर पैज रखाए। मैं तेरा जी मैं तेरा सच्चे पातशाह। रख लै गरीब जान के। तेरा जी मैं तेरा सच्चे पातशाह। रख लै गरीब जान के। तेरा जी मैं तेरा सच्चे पातशाह। रख लै गरीब जान के। मैं तेरा जी मैं तेरा सच्चे पातशाह। रख लै गरीब जान के। पातशाह रख लै गरीब जान के। तेरा जी मैं तेरा सच्चे पातशाह। रख लै गरीब जान के। तेरा जी मैं तेरा सच्चे पातशाह। रख लै गरीब जान के। तेरा जी मैं तेरा सच्चे पातशाह। रख लै गरीब जान के। तेरा जी मैं तेरा सच्चे पातशाह। रख लै गरीब जान के। जी मैं तेरा जी मैं तेरा सच्चे पातशाह। रख लै गरीब जान के। रख लै गरीब जान के। तेरा जी मैं तेरा सच्चे पातशाह। रख लै गरीब जान के। रख लै जी गरीब जान के। रख लै जी गरीब जान के। रख लै जी गरीब जान के। हाँ रख लै जी गरीब जान के। गरीब जान के। हाँ रख लै जी गरीब जान के। 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 ਸਾਨੂੰ ਰੱਖ ਲੈ ਜੀ ਗਰੀਬ ਜਾਨ ਕੇ। ਗਰੀਬ ਜਾਨ ਕੇ। ਸਾਨੂੰ ਰੱਖ ਲੈ ਜੀ ਗਰੀਬ ਜਾਨ ਕੇ। तेरा जी मैं तेरा सच्चे पातशाह। रख लै गरीब जान के। मैं तेरा जी मैं तेरा सच्चे पातशाह। रख लै गरीब जान के। तेरा जी मैं तेरा सच्चे पातशाह। रख लै गरीब जान के। जी मैं तेरा जी मैं तेरा सच्चे पातशाह। रख लै गरीब जान के। तेरा जी मैं तेरा सच्चे पातशाह। रख लै गरीब जान के। परम सत्कार गुरु रूप गुरु खालसा साध संगत जितनी आप
ਗੁਰ ਚਰਨਾਂ ਜੁੜ ਬੈਠੇ ਹੋ, ਵੱਡੇ ਭਾਗਾਂ ਵਾਲੇ ਹੋ। ਗੁਰੂ ਪਾਤਸ਼ਾਹ ਨੇ ਮਹਾਨ ਬਖਸ਼ਾਂ ਕੀਤੀਆਂ ਕਈ ਰੋਜ਼ ਤੋਂ ਲੈ ਕੇ। ਗੁਰਮਤਿ ਸਮਾਗਮ ਜੋ ਮਹਾਂਪੁਰਖਾਂ ਦੀ ਨਿੱਘੀ ਯਾਦ ਦੇ ਵਿੱਚ ਪ੍ਰਾਰੰਭ ਹੁੰਦੇ ਹਨ, ਤੇ ਕਈ ਰੋਜ਼ ਤੋਂ ਲੈ ਕੇ ਸ੍ਰੀ ਅਖੰਡ ਪਾਠਾਂ ਦੀ ਜੋ ਲੜੀ ਪ੍ਰਾਰੰਭ ਹੈ। ਸ਼ਾਮ ਦੇ ਵੇਲੇ ਗੁਰੂ ਪਾਤਸ਼ਾਹ ਕਿਰਪਾ ਕਰਦੇ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਇ ਧਿਆਨਾ, ਮਹਾਂਵਾਕਾਂ ਦੇ ਨਾਲ ਆਪਾਂ ਨੂੰ ਇਸ ਭਾਗ ਘੜੀਆਂ ਪ੍ਰਾਪਤ ਹੁੰਦੀਆਂ ਨੇ। ਆਪ ਕਾਫੀ ਸਮੇਂ ਤੋਂ ਲੈ ਕੇ ਗੁਰੂ ਸਿੱਖਾਂ ਦੀ ਰਸਨਾ ਕੋਣ ਤੋਂ ਲਾਹੀ ਰਵੀ ਬਾਣੀ ਦੀ ਰਸ ਕੀਰਤਨ ਕਰਕੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲ ਬਣਾ ਰਹੇ ਸੀ। ਜੋ ਬਾਕੀ ਸਮਾਂ ਹੈ ਇਹ ਵੀ ਗੁਰੂ ਚਰਨਾਂ ਦੇ ਵਿੱਚ ਆਪਣਾ ਮਨੋਂ ਧਿਆਨ ਧਰਦੇ, ਗੁਰੂ ਚਰਨਾਂ ਦੇ ਨਾਲ ਜੁੜ ਕੇ ਸਾਰੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਫਰਮਾਨ ਕਰਦੇ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਤ ਜਾਣੋ ਤੁਮ ਹਰ ਆਪੇ। ਜਿਹੜੀ ਦਸਾ ਜਿਹੜੀ ਵਿਧੀ ਸੱਚੇ ਪਾਤਸ਼ਾਹ ਸਾਡੀ ਸੀਗੀ, ਉਹ ਦਸਾ ਸੁਰਤ ਤੁਸੀਂ ਸਭ ਆਪ ਹੀ ਜਾਣਦੇ ਹੋ ਵੀ ਸਾਡੀ ਕੈਸੀ ਦਸਾ ਸੀਗੀ, ਕੈਸਾ ਸਾਡਾ ਹਾਲ ਸੀ। ਹਮ ਰੋਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਅਸੀਂ ਮੰਨੋ ਕਿ ਇੱਕ ਜਿਵੇਂ ਯਤੀਮ, ਕੋਈ ਆਮ ਜਿਹਦਾ ਕੋਈ ਪੁੱਛ ਪੜਤੀਤ ਨਾ ਹੋਵੇ, ਰੁਲਦੇ ਫਿਰਦੇ ਸੀ। ਚੌਥੇ ਪਾਤਸ਼ਾਹ ਕਹਿੰਦੇ ਨੇ ਪਰ ਆਪਾਂ ਲੋਕ ਆਪਣਾ ਜਿਹੜਾ ਪਿਛਲਾ ਚੀਜ਼ ਹੁੰਦੀ ਹੈ ਨਾ ਭੁੱਲੀ ਜਾਂਦੇ ਹਾਂ ਆਪਾਂ। ਜਿਹੜਾ ਬੰਦਾ ਆਪਣਾ ਪਿਛਲਾ ਭੁੱਲ ਗਿਆ ਨਾ ਵੀ ਮੈਂ ਕਿੱਥੋਂ ਕਿੱਥੇ ਆਇਆ, ਉਹ ਬੰਦਾ ਕਦੇ ਕਾਮਯਾਬ ਨਹੀਂ ਹੁੰਦਾ। ਥੋੜੀ ਜਿਹੀ ਵਡਿਆਈ ਮਿਲੀ, ਥੋੜੀ ਸੋਭਾ ਮਿਲੀ, ਉਹਦਾ ਬਣ ਕੇ ਬਹਿ ਜਾਂਦਾ ਬੰਦਾ, ਪਿਛਲਾ ਭੁੱਲ ਹੀ ਜਾਂਦਾ ਮੈਂ ਕੀ ਸੀਗਾ। ਜਿਹੜਾ ਪਿਛਲੇ ਨੂੰ ਭੁਲਾ ਗਿਆ ਉਹ ਨਹੀਂ। ਚੌਥੇ ਪਾਤਸ਼ਾਹ ਜੀ ਦੇਖੋ ਕਿੰਨੀ ਬਖਸ਼ਿਸ਼ਾਂ ਹੋਈਆਂ ਗੁਰੂ ਪਾਤਸ਼ਾਹ ਤੇ ਸੋਢੀ ਸੁਲਤਾਨ ਬਣੇ। ਸੋਨੇ ਦੇ ਹਰਮੰਦਰਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਨਿਵਾਸ ਕੀਤੇ। ਫਿਰ ਵੀ ਦੇਖੋ ਗੁਰੂ ਪਾਤਸ਼ਾਹ ਕਿੰਨੀ ਨਿਮਰਤਾ ਦੇ ਵਿੱਚ ਆਪਾਂ ਨੂੰ ਕਿਵੇਂ ਉਪਦੇਸ਼ ਬਖਸ਼ ਰਹੇ ਨੇ। ਬਈ ਭਾਈ ਆਪਣਾ ਜੋ ਅਗਲਾ ਹੈ, ਜਿਹੜੀ ਪਿਛਲਾ ਤੁਹਾਡਾ ਜੀਵਨ ਸੀ ਉਹਨੂੰ ਕਦੇ ਭੁੱਲੋ ਨਾ, ਯਾਦ ਰੱਖੋ ਹਮੇਸ਼ਾ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਤ ਜਾਣੋ ਤੁਮ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਕੋਈ ਵੀ ਬਾਤ ਨਹੀਂ ਸਾਡੀ ਪੁੱਛਦਾ ਸੀ, ਕੋਈ ਸਲਾਮ ਨਹੀਂ ਕਰਦਾ ਸੀਗਾ। ਪਰ ਕੀ ਸਲਾਮ ਗੁਰੂ ਨਾਨਕ ਦੇ ਨਾਮ ਨੂੰ ਨੇ। ਮੈਂ ਮੂਰਖ ਕੇਤਕ ਬਾਤ ਹੈ ਕੋਟ ਅਪਰਾਧੀ, ਮੇਰੇ ਕੀ ਗੱਲ ਹੈ ਇੱਕ ਮੂਰਖ ਦੀ। ਸਤਿਗੁਰੂ ਦਰਬਾਰ ਦੇ ਵਿੱਚ ਜੋ ਵੀ ਆ ਜੇ, ਜੋ ਚੀਜ਼ ਜੁੜ ਜਾਵੇ ਉਹੀ ਪੂਜਣ ਯੋਗ ਹੋ ਜਾਂਦੀ ਹੈ। ਬੰਦਾ ਜੁੜ ਗਿਆ ਮਨ ਕਰਕੇ, ਉਹ ਪੂਜਣ ਯੋਗ ਹੋ ਜਾਊਗਾ। ਸਤਿਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਜਿਹੜਾ ਬੰਦਾ ਆਪਣਾ ਭੁੱਲ ਗਿਆ ਨਾ, ਬਸ ਚਰਨਾਂ ਦੀ ਜਿਹੜੀ ਮੌਜ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਅਬੱਗੀ ਵੱਡੀ ਹੀ ਹੈ। ਫਿਰ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ। ਜਿਹੜੇ ਗੁਰੂ ਨਾਨਕ ਮਾਸਨ ਐਡੇ ਵੱਡੇ ਦਿਆਲੂ ਕਿਰਪਾਲੂ ਨੇ, ਐਡੀ ਮਿਹਰ ਦਾ ਭਾਵ ਕੇ ਸਾਗਰ ਨੇ, ਜਿਤ ਮਿਲੀ ਹੈ ਝੁਕੇ ਸਭ ਸੋਗ ਸੰਤਾਪ। ਜਿਹਦੇ ਮਿਲਦਿਆਂ ਨਾਲ ਦੀ ਸਾਰੀ ਸੋਗ ਸੰਤਾਪ ਫਿਕਰ ਫਾਕੇ ਸਭ ਉੜ ਜਾਂਦੇ ਹੈ। ਉਹਨੂੰ ਹਮੇਸ਼ਾ ਆਪਣੇ ਚੇਤੇ ਤੇ ਰੱਖਣਾ ਚਾਹੀਦਾ ਹੈ। ਜਿਉਂ ਭਾਵ ਹੈ ਤੂੰ ਰਾਖ ਲਾਮ ਸ਼ਰਨ ਪ੍ਰਭ ਆਏ, ਹਾਂ ਭੂਲ ਵਿਗਾੜੈ ਦਿਨ ਸਰਾਤ ਹਰ ਲਾਜ ਰਖਾਏ। ਹਾਂ ਬਾਰਕ ਤੂੰ ਗੁਰ ਪਿਤਾ ਹੈ। ਸੱਚੇ ਪਾਤਸ਼ਾਹ ਜਿਸ ਇੱਕ ਬੱਚੇ ਆ ਆਣ ਦੀ ਤਰ੍ਹਾਂ ਹਾਂ, ਤੂੰ ਸਾਡੇ ਗੁਰੂ ਪਿਤਾ ਹੋ ਦੇ ਮਤ ਸਮਝਾਏ। ਇਸੇ ਚੀਜ਼ਾਂ ਜਿਹੜੀ ਬਾਣੀ ਆਪਾਂ ਵਿਚਾਰ ਕੇ ਦੇਖੀ, ਇੰਨੀ ਆਪਾਂ ਨੂੰ ਸਮਝ ਆਉਂਦੀ, ਇੰਨਾ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੀ ਹੈ ਜੀ। ਇੱਕ ਤੁਕ ਕੇ ਆਪਾਂ ਮੰਨ ਲੈਣਾ ਗੁਰਬਾਣੀ ਦਾ, ਇੱਕ ਵੀ ਤੁਕ ਮੰਨ ਲਈਏ ਬਸ, ਉਹਦੇ ਨਾਲ ਹੀ ਆਪਣਾ ਮਾਨੋ ਕਿ ਬਸ ਜੀਵਨ ਹੀ ਨਿਹਾਲ ਹੋ ਜਾਣਾ। ਇਤਿਹਾਸ ਦੇ ਵਿੱਚੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਮੇਂ ਦੀ ਗੱਲ ਹੈ।
ਜਦੋਂ ਗੁਰੂ ਮਹਾਰਾਜ ਜੀ ਧਰਤੀ ਅੰਮ੍ਰਿਤਸਰ ਧਰਤੀ ਨੂੰ ਭਾਗ ਲਾ ਰਹੇ ਸੀਗੇ, ਉਸ ਵੇਲੇ ਦੋ ਭਰਾ ਸੱਤਾ ਤੇ ਬਲਵੰਡ, ਇਹ ਦੋ ਰਾਗੀ ਸੀਗੇ। ਰਾਗ ਵਿਦਿਆ ਜਾਣਦੇ ਹੋ? ਰਾਗ ਵਿਦਿਆ ਰਾਗੀ ਕਿਹਨੂੰ ਤੁਰੇ ਫਿਰਦੇ ਨੇ? ਉਹ ਤੁਰੇ ਫਿਰਦੇ ਵਿਚਾਰੇ। ਇੰਨੀ ਮੰਨ ਲਓ ਕਿ ਉਹਨਾਂ ਜਿੰਨਾ ਰਾਗ ਉਹਨਾਂ ਕੋਲ ਜਿੰਨੇ ਗੁਣ ਨੇ, ਇਹਨੀ ਕਦਰ ਨਹੀਂ ਪੈਂਦੀ। ਜਿੰਨੇ ਗੁਣ ਨੇ ਉਨੀ ਕਦਰ ਨਹੀਂ ਉੱਡੀਗੀ। ਬਹੁਤ ਵਧੀਆ ਰਾਗੀ ਵਿੱਚ ਪਏ ਨੇ ਵਿਚਾਰੇ। ਪਰ ਇਸੇ ਤਰ੍ਹਾਂ ਜਿਹੜੇ ਬਲਵੰਡ ਤੇ ਸੱਤਾ ਸੀਗੇ, ਬੜੇ ਸੋਹਣਾ ਕੀਰਤਨ ਕਰਦੇ, ਬੜੀ ਇਹਨਾਂ ਦੀ ਮੰਨ ਲਓ ਕਿ ਰਸੀਲੀ ਆਵਾਜ਼ ਸੀਗੀ, ਚੰਗਾ ਸੁਰ ਸੀ ਇਹਨਾਂ ਨੂੰ। ਪਰ ਉਹ ਮਾਣ ਵਡਿਆਈ ਸੋਭਾ ਗੁਣ ਦੇ ਮੁਤਾਬਕ ਕਿਤੇ ਨਹੀਂ ਮਿਲੀ। ਅਸੀਂ ਭਟਕਦੇ ਫਿਰਦੇ ਸੀਗੇ, ਹੌਲੀ ਹੌਲੀ ਤੁਰਦੇ ਫਿਰਦੇ ਕਿਹਦੀ ਆਪਾਂ ਗੁਰੂ ਚਰਨਾਂ ਵਿੱਚ ਪਹੁੰਚੇ ਮਹਾਰਾਜ ਦੇ ਕੋਲ। ਮਹਾਰਾਜ ਦੇ ਕੋਲ ਆ ਕੇ ਕਹਿੰਦੇ, ਪਤਾ ਲੱਗਿਆ ਉਹਨਾਂ ਨੂੰ ਮਹਾਰਾਜ ਕਿਰਪਾ ਕਰੋ, ਅਸੀਂ ਬੜੇ ਗਰੀਬ ਆ, ਬੇਨਤੀਆਂ ਕਰਦੀਆਂ ਸਾਰੇ ਇੱਥੇ ਆ ਕੇ, ਸੱਚੇ ਪਾਤਸ਼ਾਹ ਜੀ ਆਹ ਮੇਰੀ ਘਾਟ ਹੈ, ਮੈਨੂੰ ਆਹ ਚੀਜ਼ ਕਿਰਪਾ ਕਰ ਦਿਓ। ਬੇਨਤੀਆਂ ਕੀਤੀਆਂ, ਦੱਸੋ? ਕਹਿੰਦੇ ਭਾਈ ਕਿੱਦਾਂ ਮਹਾਰਾਜ ਬੜੇ ਗਰੀਬ ਆ, ਕਿਰਪਾ ਕਰੋ ਸਾਡੇ ਤੇ, ਅਸੀਂ ਰੋਤੇ ਫਿਰਦੇ ਹਾਂ। ਅਸੀਂ ਤਾਂ ਕਹਿੰਦੇ ਕੀ ਕੰਮ ਕਰਦੇ ਹੁੰਦੇ ਹੋ, ਕੀ ਕਾਰ ਕਰਦੇ ਹੋ? ਪਾਤਸ਼ਾਹ ਜੀ ਕਹਿਣ ਲੱਗੇ, ਮਹਾਰਾਜ ਜੀ ਅਸੀਂ ਤਾਂ ਰਾਗ ਗਾਉਂਦੇ ਹਾਂ, ਰਾਗ। ਪਾਤਸ਼ਾਹ ਕਹਿੰਦੇ ਰਾਗ ਗਾਉਂਦੇ? ਕਹਿੰਦੇ ਹਾਂ। ਕਹਿੰਦੇ ਫਿਰ ਤਾਂ ਠੀਕ ਹੈ ਬਾਈ, ਤੇ ਇਦਾਂ ਕਰਿਆ ਕਰੋ, ਸਿੱਖ ਸੰਗਤਾਂ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਬਹਿ ਕੇ ਨਾ ਇੱਥੇ ਗੁਰਬਾਣੀ ਦਾ ਕੀਰਤਨ ਸਟਾਇਆ ਕਰੋ। ਜੋ ਤੁਹਾਡਾ ਜੋ ਵੀ ਕਾਰਜ ਆ, ਜੋ ਵੀ ਤੁਹਾਡੀ ਵਿਥਾ, ਸਭ ਅਸੀਂ ਆਪ ਹੀ ਸਾਂਭਾਂਗੇ। ਕੀਰਤਨ ਕਰਿਆ ਕਰੋ, ਗੁਰੂ ਨਾਨਕ ਭਾਗ ਲਾਉਣਗੇ। ਹੁਣ ਜਿਹੜਾ ਬਾਣ ਨਾਲ ਜੁੜ ਗਿਆ, ਗੁਰੂ ਚਰਨ ਨਾਲ ਜੁੜ ਗਿਆ, ਮਹਿਮਾ ਤਾਂ ਹੋਣੀ ਹੈ ਉਹਦੀ। ਹੁਣ ਇਹ ਅੰਮ੍ਰਿਤ ਵੇਲੇ ਆਉਂਦੇ, ਸ਼ਾਮ ਨੂੰ ਆਉਂਦੇ, ਦੋ ਟਾਈਮ ਗੁਰੂ ਪਾਤਸ਼ਾਹ ਚਰਨਾਂ ਦੇ ਵਿੱਚ ਸਿੱਖ ਸੰਗਤਾਂ ਨੂੰ ਬੜੀ ਇਹਨਾਂ ਜਿਹੜੇ ਬਾਜ ਦੀ ਬੜੀ ਰਸੀਲੀ, ਬੜੇ ਇਹਨਾਂ ਦੇ ਕੋਲ ਭਾਵ ਕੇ ਰਾਗ ਵਿਦਿਆ ਦਾ ਗੁਣ ਸੀਗਾ, ਬੜਾ ਸੋਹਣਾ ਗਾਉਂਦੇ। ਜਦੋਂ ਗਾਉਂਦੇ ਤਾਂ ਸੰਗਤਾਂ ਬੜੀਆਂ ਹੀ ਮਾਨੋ ਕਿ ਮਸਤ ਹੋ ਜਾਂਦੀਆਂ, ਬੜਾ ਆਨੰਦ ਮਾਣਦੀਆਂ। ਗੁਰੂ ਪਾਤਸ਼ਾਹ ਦੇ ਕੋਲ ਬੜੀ ਉਪਮਾ ਕਰਦੇ, ਮਹਾਰਾਜ ਜੀ ਰਾਗੀ ਬੜੇ ਵਧੀਆ ਨੇ, ਬੜਾ ਸੋਹਣਾ ਗਾਂਗਰਾ ਗਾਉਂਦੇ ਨੇ। ਜਦੋਂ ਉਹਨੇ ਮਹਿਮਾ ਹੋਣ ਲੱਗ, ਉਪਮਾ ਹੋਣ ਲੱਗ ਪਈ। ਚਲੋ ਮਹਿਮਾ ਹੁੰਦੀ ਗਈ, ਮਹਿਮਾ ਗੁਰੂ ਚਰਨਾਂ ਦੇ ਨੂੰ ਲੱਗੀ ਹੈ ਨਾ। ਜਿਹੜੀਆਂ ਸਲਾਮਾਂ ਨੇ ਇਹ ਗੁਰੂ ਨਾਨਕ ਦੇ ਨਾਮ ਨੂੰ ਨੇ, ਉਹ ਨਹੀਂ ਕੋਈ ਪੁੱਛਦਾ। ਜਦੋਂ ਮਹਿਮਾ ਹੋਣ ਲੱਗ ਪਈ, ਉਸ ਵੇਲੇ ਇਹਨਾਂ ਦੇ ਮਨ ਦੇ ਵਿੱਚ ਥੋੜਾ ਉੱਪਰ ਹੋਣ ਲੱਗ ਪਏ। ਫਿਰ ਇਹਨਾਂ ਦੀ ਇੱਕ ਭੈਣ ਸੀਗੀ, ਉਹਦੀ ਸ਼ਾਦੀ ਕਰਨੀ ਸੀ ਇਹਨਾਂ ਨੇ। ਸਮਾਂ ਰੱਖਿਆ ਗਿਆ, ਸੰਗਤਾਂ ਵਿੱਚ ਇਹਨਾਂ ਦੀ ਬਹੁਤ ਮਹਿਮਾ ਹੋ ਗਈ। ਗੁਰੂ ਕੇ ਰਾਗੀ ਨੇ ਆਉਂਦਿਆਂ ਜਾਂਦੇ ਨੂੰ ਸਿੱਖ ਸੰਗਤਾਂ ਮੱਥੇ ਟੇਕਦੀਆਂ ਨੇ, ਬਹੁਤ ਮਹਿਮਾ ਹੈ। ਉਸ ਵੇਲੇ ਬੇਨਤੀ ਕੀਤੀ, ਮਹਾਰਾਜ ਜੀ ਸਾਡੀ ਭੈਣ ਦੀ ਸ਼ਾਦੀ ਹੈ। ਹੰਕਾਰ ਆ ਗਿਆ, ਹਉਮੈ ਆ ਗਈ, ਮਨ ਦੇ ਵਿੱਚ ਥੋੜਾ ਹੋਣ ਲੱਗ ਪਿਆ ਵੀ ਜੇ ਅਸੀਂ ਐਸੇ ਵਿਆਹ ਨਾ ਕਰਿਆ, ਸ਼ਾਦੀ ਨਾ ਕਰੀ ਤਾਂ ਸਾਡੀ ਰਹਿਣੀ ਨਹੀਂ ਗੀ। ਕਹਿੰਦੇ ਦੱਸੋ ਭਾਈ, ਜ਼ਰੂਰ। ਇਹਨਾਂ ਨੇ ਜੇ ਮਨ ਦੇ ਵਿੱਚ ਇਹ ਆ ਗਿਆ ਜੇ ਅਸੀਂ ਗੁਰੂ ਦੇ ਕੋਲ ਮਾਇਆ ਮੰਗੀ, ਉਨੀ ਮਾਸਨ ਮਿਲਣੀ ਨਹੀਂ ਗੀ ਜਿੰਨੀ ਸਾਨੂੰ ਲੋੜ ਆ, ਸ਼ਾਇਦ ਗੁਰੂ ਘੱਟ ਦੇਣ। ਕਹਿੰਦੇ ਵਿਸਾਖੀ ਦਾ ਦਿਹਾੜਾ ਆ ਰਿਹਾ ਸੀ, ਇਹਨਾਂ ਨੇ ਗੁਰੂ ਪਾਤਸ਼ਾਹ ਦੇ ਕੋਲ ਬੇਨਤੀ ਕੀਤੀ, ਮਹਾਰਾਜ ਜੀ ਸਾਡੀ ਭੈਣ ਦਾ ਵਿਆਹ ਹੈ। ਮਹਾਰਾਜ ਕਹਿੰਦੇ ਕੋਈ ਤੁਹਾਡੀ ਕਿ ਸਾਡੀ ਹੋਈ, ਕੋਈ ਗੱਲ ਨਹੀਂ, ਵਿਆਹ ਆਉਣ ਤਾਂ ਵਧੀਆ ਕਰਾਂਗੇ। ਕਹਿੰਦੇ ਨਹੀਂ ਮਹਾਰਾਜ ਇਦਾਂ ਕਰੋ, ਵਿਸਾਖੀ ਦੇ ਦਿਹਾੜੇ ਆ ਰਹੇ, ਇੱਕ ਦਿਨ ਦੀ ਕਾਰਪੇਟ ਆ ਜਿਹੜੀ ਚੜੂਗੀ ਨਾ, ਉਹ ਸਾਨੂੰ ਦੇ ਦਿਓ। ਮਹਾਰਾਜ ਕਿ ਠੇਕਾ ਨਾ ਕਰੋ ਸਾਡੇ ਨਾਲ, ਤੁਸੀਂ ਇਦਾਂ ਨਹੀਂ, ਠੇਕਾ ਨਾ ਕਰੋ। ਪਰ ਇਹਨਾਂ ਦੇ ਮਨ ਵਿੱਚ ਲਾਲ ਸੀ। ਕਹਿੰਦੇ ਮਹਾਰਾਜ ਕਹਿੰਦੇ ਜਦੋਂ ਕਿਹਾ ਨਾ ਬਾਰ-ਬਾਰ, ਪਾਤਸ਼ਾਹ ਕਹਿੰਦੇ ਕੋਈ ਨਹੀਂ ਭਾਈ ਤੁਹਾਡੀ ਮਰਜ਼ੀ ਹੈ। ਪਰ ਕਈ ਵਾਰ ਸੰਗਤ ਘੱਟ ਆਉਂਦੀ ਹੈ, ਕਈ ਵਾਰ ਵੱਧ ਆਉਂਦੀ ਹੈ। ਕਹਿੰਦੇ ਮਹਾਰਾਜ ਕੋਈ ਨਹੀਂ। ਸਾਖੀ ਦਾ ਦਿਹਾੜਾ ਆਇਆ ਸੀ, ਉਸ ਵੇਲੇ ਇਹਨਾਂ ਨੇ ਜਦੋਂ
ਕੀਰਤਨ ਕਰਦੇ ਨੇ। ਹੁਣ ਜਿਹੜਾ ਮਨ ਸੀ, ਜਿਹੜਾ ਖਿਆਲ ਸੀ, ਮਾਇਆ ਵਿੱਚ ਜੁੜ ਗਿਆ, ਮਾਇਆ ਨਾਲ ਲੱਗ ਗਿਆ, ਜਿਹੜੇ ਸ਼ਬਦ ਸੀ ਭੁੱਲਣ ਲੱਗ ਪਏ, ਛਿੜਕਣ ਲੱਗ ਜੀ ਪਾਨ, ਆਨੰਦ ਨਾ ਬਣਿਆ। ਕੁਦਰਤੀ ਮਾਇਆ ਵੀ ਘੱਟ ਚੜੀ, ਦੇਖਿਆ ਵੀ ਅੱਜ ਬੜੀ ਮਾਇਆ ਘੱਟ ਚੜੀ, ਉਸ ਵੇਲੇ ਗੁੱਸੇ ਹੋ ਗਏ, ਹੰਕਾਰ ਦੇ ਵਿੱਚ ਆ ਗਏ ਵੀ ਸਾਡੇ ਨਾਲ ਗੁਰੂ ਨੇ ਚਲਾਕੀ ਕੀਤੀ, ਸੰਗਤ ਨੂੰ ਕਹਿ ਦਿੱਤਾ ਮੱਥਾ ਢੱਕਾ ਟੇਕਿਓ ਵੀ ਅੱਜ ਦਾ ਚੜਾਵੇ ਡੂਮ ਲੈ ਕੇ ਜਾਣਗੇ। ਦੂਏ ਦਿਨ ਮਾਨੋ ਕਿ ਗੁੱਸੇ ਹੋ ਕੇ ਚਲੇ ਗਏ, ਜਿਹੜੀ ਮਾਇਆ ਸੀ ਗੁਰੂ ਨੇ ਫੜਾ ਦਿੱਤੀ, ਲੈ ਕੇ ਚਲੇ ਗਏ। ਮਨ ਦੇ ਵਿੱਚ ਬੜਾ ਰੋਸ ਹੈ ਵੀ ਸਾਨੇ ਗੁਰੂ ਨੇ ਸਾਡੀ ਕਦਰ ਨਹੀਂ ਕੀਤੀ, ਸਾਨੂੰ ਆ ਥੋੜੀ ਦਿਨ ਕੀ ਬਣੂਗਾ। ਦੂਏ ਦਿਨ ਨਹੀਂ ਆਏ, ਅਸੀਂ ਕੀਰਤਨ ਨਹੀਂ ਕਰਨਾ, ਹਉਮੈ ਦੇ ਵਿੱਚ, ਹੰਕਾਰ ਦੇ ਵਿੱਚ। ਸਤਿਗੁਰੂ ਪਾਤਸ਼ਾਹ ਪ੍ਰਮਾਣ ਕਰਦੇ, ਕਹਿੰਦੇ ਹਉਮੈ ਦਾ ਰੋਗ ਹੈ ਨਾ ਭਾਈ, ਇਹ ਬੜਾ ਮਾੜਾ ਹੈ। ਉਹ ਲਗਨਾ ਕਿਸੇ ਨੂੰ ਜਾਵੇ, ਹਉਮੈ ਵਾਲਾ ਰੋਗ ਹੈ ਬੁਰਾ। ਲਗਨਾ ਕਿਸੇ ਨੂੰ ਜਾਵੇ, ਹਉਮੈ ਵਾਲਾ ਰੋਗ ਹੈ ਬੁਰਾ।
ਪਾਤਸ਼ਾਹ ਜੀ ਕਿ ਜਿਹੜਾ ਹਉਮੈ ਵਾਲਾ ਰੋਗ ਹੈ, ਹਉਮੈ ਇਹੀ ਬੰਧਨਾ, ਫਿਰ ਜੂਨੀ ਪਾਏ, ਹਉਮੈ ਕੀਥੋਂ ਉਪਜੈ ਕਿਤ ਸੰਜਮ, ਹਉਮੈ ਉਹ ਹੁਕਮ ਪਿਆ ਕਿਰਤ ਫਰਾਏ, ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੀ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਕਹਿ ਨਾਨਕ ਸੁਣੋ ਜਨੋ ਇਤ ਸੰਜਮ ਦੁੱਖ ਜਾਹੇ। ਇਹ ਰੋਗ ਬੜਾ ਲੰਮਾ ਹੈ, ਆਪਾਂ ਨੂੰ ਮੋੜ ਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਜੂਨੀਆਂ ਵਿੱਚ ਲਿਆਉਣ ਵਾਲਾ ਇਹੀ ਹੈ, ਇਹਦਾ ਪੱਥ ਪਰਹੇਜ ਕੋਈ ਬਾਝ ਨਹੀਂ ਹੈ, ਇਹਦੀ ਦਾਰੂ, ਇਹਦਾ ਜੇ ਖਾਤਮਾ ਕਰਨਾ ਤਾਂ ਗੁਰੂ ਦਾ ਸ਼ਬਦ ਹੈ, ਹੋਰ ਕੋਈ ਚੀਜ਼ ਨਹੀਂ, ਗੁਰੂ ਦੀ ਆਗਿਆ ਬਸ। ਨਹੀਂ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਹਉਮੈ ਨਾਮੇ ਵਿਰੋਧ ਹੈ, ਦੋਹੇ ਨਾ ਵਸੈ ਜਿੱਥੇ ਹਉਮੈ ਆ ਗਈ ਸੇਵਾ ਕਿੱਥੇ ਹੁੰਦੀ ਹੈ ਉੱਥੇ। ਹੁਣ ਇਹਨਾਂ ਦੇ ਮਨ ਦੇ ਵਿੱਚ ਹੰਕਾਰ ਆਇਆ, ਗੁਰੂ ਨੇ ਸਾਡੀ ਕਦਰ ਨਹੀਂ ਕੀਤੀ, ਅਸੀਂ ਗੁਰੂ ਦੇ ਹੁਣ ਕੀਰਤਨ ਕਦੇ ਨਹੀਂ ਕਰਨਾ, ਇਹਦੇ ਨਾਲ ਕੀ ਬਣਨਾ। ਜੇ ਗੁਰੂ ਦੇ ਕੋਲ ਅਸੀਂ ਕੀਰਤਨ ਕਰਦੇ ਹਾਂ ਤਾਂ ਗੁਰੂ ਦੇ ਕੋਲ ਸੰਗਤ ਆਉਂਦੀਆਂ ਨੇ, ਕਾਰ ਭੇਟਾ ਚੜ੍ਹਦੀ ਹੈ, ਗੁਰੂ ਸਾਡੇ ਕਰਕੇ ਹੀ ਹੈ ਕਿ ਇੱਥੇ ਤੁਰੇ ਫਿਰਦੇ ਗਲੀਆਂ ਵਿੱਚ ਭਾਵ ਕੇ ਰੁਲਦੇ ਫਿਰਦੇ ਸੀਗੇ, ਪਰ ਗੁਰੂ ਦੇ ਕੋਲੋਂ ਮਾਨ ਸਤਿਕਾਰ ਪ੍ਰਾਪਤ ਹੋ ਗਿਆ, ਵਡਿਆਈ ਮਿਲ ਗਈ। ਸਿੱਖ ਸੰਗਤਾਂ ਕਹਿੰਦੇ ਗੁਰੂ ਕੇ ਰਾਗੀ ਨੇ ਘਰ ਲਿਜਾ ਕੇ ਉਹਨੂੰ ਲੰਗਰ ਭਾਵ ਕੇ ਪ੍ਰਸ਼ਾਦਾ ਛਕਾਉਂਦੀਆਂ ਨੇ, ਚੜਾਵੇ ਚੜ੍ਹਦੇ ਕਿਹਦੇ ਨਾਂ ਨੂੰ? ਗੁਰੂ ਦੇ ਨਾਂ ਨੂੰ। ਪਰ ਇਹਨਾਂ ਦੇ ਮਨ ਵਿੱਚ ਹੰਕਾਰ, ਮੈਂ ਮੇਰੀ, ਮਾਨੋ ਇਹ ਕੀਰਤਨ ਕਰਨੋਂ ਹਟ ਕੇ ਗਏ ਨਹੀਂ ਸਵੇਰੇ। ਸੰਗਤ ਆਪਣੇ ਨੇਮ ਦੇ ਨਾਲ ਸੰਗਤ ਆਉਂਦੀਆਂ ਨੇ, ਰਾਗੀ ਨਹੀਂ ਆਏ। ਗੁਰੂ ਪਾਤਸ਼ਾਹ ਨੇ ਪੁੱਛਿਆ, ਕਹਿੰਦੇ ਵੀ ਰਾਗੀ ਨਹੀਂ ਆਏ, ਕੀ ਗੱਲ? ਕਹਿੰਦੇ ਪਤਾ ਨਹੀਂ ਮਹਾਰਾਜ। ਜਦੋਂ ਨਾ ਆਏ ਫਿਰ ਗੁਰੂ ਪਾਤਸ਼ਾਹ ਨੇ ਸਿੰਘ ਭੇਜ ਜਾ ਪੁੱਛ ਕੇ ਆਓ ਭਾਈ ਕਿਉਂ ਨਹੀਂ ਆਏ, ਕੀ ਕਾਰਨ ਹੋ ਗਿਆ? ਕਹਿੰਦੇ ਸਿੰਘ ਗਏ, ਪਤਾ ਕੀਤਾ, ਫਿਰ ਉਹੀ ਗੱਲ ਉਹਨਾਂ ਦੇ ਬੜਾ ਹੰਕਾਰ ਹੈ ਮਨ ਦੇ ਵਿੱਚ, ਗੁਰੂ ਸਾਨੂੰ ਕੀਤਾ, ਗੁਰੂ ਦੇ ਕੋਲ ਸਾਨੂੰ ਕੀ ਪ੍ਰਾਪਤ ਹੋਇਆ, ਇੰਨਾ ਰਾਹ ਕੀਤਾ ਸੀ, ਇੰਨੀ ਸੇਵਾ ਕੀਤੀ ਉੱਥੇ। ਸਿੱਖ ਕਹਿਣ ਲਈ ਕੋਈ ਨਹੀਂ, ਫਿਰ ਕਿਉਂ ਨਾਰਾਜ਼ ਕਿਉਂ ਹੁੰਦੇ ਗੁਰੂ ਨਾਲ? ਗੁਰੂ ਨਾਲ ਭਾਵ ਕਿ ਨਾਰਾਜ਼ ਹੋ ਤੇ ਸਰੂ ਆਪਣਾ ਕੰਮ ਕਿਤੇ। ਚਲੋ ਚੱਲੀ, ਜੋ ਕੁਛ ਕਹਿੰਦੇ ਤੁਹਾਨੂੰ ਦਵਾ ਦਿਆਂ ਗੁਰੂ ਦੇ ਕੋਲੋਂ। ਨਹੀਂ ਜੀ ਅਸੀਂ ਨਹੀਂ ਜਾਣਾ। ਫਿੱਕੇ ਬੋਲ ਬੋਲਦੇ ਆ। ਵਾ ਬੁੱਢਾ ਭਾਈ ਗੁਰਦਾਸ ਜੀ ਵਰਗੇ, ਉਹਨਾਂ ਨੇ ਵੀ ਉਹੀ ਗੱਲ। ਫਿਰ ਗੁਰੂ ਮਹਾਰਾਜ ਖੁਦ ਆਪ ਗਏ ਸੀਗੇ। ਚਲੋ ਨਹੀਂ ਆਏ ਭਾਈ, ਗੁਰੂ ਕੇ ਰਾਗੀ ਨੇ ਸਿੱਖ ਸੰਗਤਾਂ ਨੂੰ ਗੁਰਬਾਣੀ ਪੜ੍ਹ ਕੇ ਸੁਣਾਉਂਦੇ, ਸਤਿਕਾਰ ਕਰਨਾ ਚਾਹੀਦਾ। ਦੇਖ ਲਓ ਪੰਜਵੇਂ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਮਨ ਦੇ ਵਿੱਚ ਕਿੰਨਾ ਮਨ ਨੂੰ ਹਉਮੈ ਹੰਕਾਰ ਆ ਗਏ, ਕਿੱਥੇ ਕੋਈ ਪੁੱਛਦਾ ਨਹੀਂ ਸੀਗਾ। ਗੁਰੂ ਦੀ ਮਹਿਮਾ, ਗੁਰੂ ਦੇ ਕੋਲੋਂ ਸਭ ਕੁਝ ਮਿਲਿਆ, ਗੁਰੂ ਦੇ ਕੋਲੋਂ ਸਭ ਬਖਸ਼ਿਸ਼ਾਂ ਹੋਈਆਂ। ਫਿਰ ਗੁਰੂ ਨਾਲੇ ਗੁੱਸੇ ਆਪਾਂ ਵੀ ਜੇ ਮੈਂ ਨਾ ਇੱਥੇ ਆਇਆ, ਜੇ ਮੈਂ ਇੱਥੇ ਕੰਮ ਨਾ ਕੀਤਾ, ਸੇਵਾ ਨੇ ਕੀਤੀ, ਇੱਥੇ ਤੋਂ ਨਿਕਲਣਾ, ਇੱਥੇ ਕੌਣ ਆਊਗਾ? ਨਹੀਂ, ਇਹ ਤਾਂ ਗੁਰੂ ਨਾਨਕ ਅਤੇ ਸਮਰੱਥ ਨੇ। ਜਦੋਂ ਗੁਰੂ ਪਾਤਸ਼ਾਹ ਕਹਿੰਦੇ ਚਲੋ ਭਾਈ, ਦੇਖੋ ਗੁਰੂ ਪਾਤਸ਼ਾਹ ਘਰੇ ਹੀ ਗਏ, ਇੰਨੇ ਹੰਕਾਰੀ ਗੁਰੂ ਨੂੰ ਦੇਖ ਖੜੇ ਨਹੀਂ ਹੋਏ ਸਤਿਕਾਰ ਦੇ ਵਿੱਚ, ਨਾ ਕੋਈ ਨਮਸਕਾਰ, ਨਾ ਕੋਈ ਮੱਥਾ, ਨਾ ਕਿ ਹਮਾਰਾ ਬਹਿ ਜਾਓ। ਪਾਤਸ਼ਾਹ ਕਹਿੰਦੇ ਭਾਈ ਚਲੋ, ਬੜੇ ਗੁੱਸੇ ਵਿੱਚ, ਬੜੇ ਹੰਕਾਰ ਵਿੱਚ ਬੋਲੇ, ਅਸੀਂ ਨਹੀਂ ਜਾਣਾ ਜੀ, ਅੱਜ ਤੱਕ ਇਸ ਹੋਰ ਛੋਡੇ ਕੋਲ ਜਾ ਕੇ ਕੀਰਤਨ ਕਰ ਲਾਂਗੇ, ਉਹਨੂੰ ਗੁਰੂ ਬਣਾ ਦੇਾਂਗੇ। ਜਦੋਂ ਨਾ ਮੰਨੋ ਕਿ ਇਹਨਾਂ ਨੇ ਕਿ ਸਾਡੇ ਕੀਰਤਨ ਕਰਕੇ ਗੁਰੂ ਨਾਨਕ ਦੀ ਮਹਿਮਾ ਸੀਗੀ। ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ, ਤੀਜੇ ਪਾਤਸ਼ਾਹ ਤੇ ਆ ਕੇ ਚੌਥੇ ਤੁਹਾਡੇ ਪਿਤਾ ਦੀ ਵੀ ਜਦੋਂ ਐਨੇ ਨੇ ਵੱਡਿਆਂ ਦੀ ਨਿੰਦਿਆ ਕੀਤੀ, ਉਸ ਵੇਲੇ ਗੁਰੂ ਪਾਤਸ਼ਾਹ ਜੀ ਬੋਲੇ ਤੇ ਇਹਨਾਂ ਨੇ ਮਾਨੋ ਗੁਰੂ ਪਾਤਸ਼ਾਹ ਦੇ ਘਰ ਗਿਆ, ਕਦਰ ਨਹੀਂ ਜਾਣੀ। ਭਾਗ ਫੁੱਟ ਗਏ ਇਹਨਾਂ ਦੇ ਲੋਕਾਂ ਦੇ ਵੀ ਸਾਡੇ ਘਰ ਤਿੰਨਾਂ ਲੋਕਾਂ ਦੇ ਮਾਲਕ ਜੀ ਮਹਾਂਪੁਰਖ ਧਾਰਨਾ ਪੜਿਆ ਕਰਦੇ। ਘਰ ਆਏ ਰੱਬ ਦੀ ਕਦਰ ਨਾ ਜਾਣੀ, ਮਰਾਸ਼ੀਆਂ ਦੇ ਭਾਗ ਫੁੱਟ ਗਏ। ਆਏ ਦੀ ਕਦਰ ਨਾ ਹੋ ਜਾਣੀ, ਮਰਾਸ਼ੀਆਂ ਦੇ ਭਾਗ ਫੁੱਟ ਗਏ। ਸਾਰੇ
ਰਾਸੀਆਂ ਦੇ ਬਾਗ ਫੁੱਟ ਗਏ, ਸਾਰੇ ਆਏ ਰੱਬ ਦੀ ਕਦਰ ਨਾ ਜਾਣੇ, ਰਾਸੀਆਂ ਦੇ ਬਾਗ ਫੁੱਟ ਗਏ। ਰੱਬ ਦੀ ਕਦਰ ਨਾ ਜਾਣੇ, ਰਾਸੀਆਂ ਦੇ ਬਾਗ ਫੁੱਟ ਗਏ, ਸਾਰੇ ਰੱਬ ਦੀ ਕਦਰ ਨਾ ਜਾਣੇ, ਰਾਸੀਆਂ ਦੇ ਬਾਗ ਫੁੱਟ ਗਏ। ਰਾਸੀਆਂ ਦੇ ਬਾਗ ਫੁੱਟ ਗਏ। ਰਾਸੀਆਂ ਦੀ ਬਾਗ ਫੁੱਟ ਗਏ, ਰਾਸੀਆਂ ਦੀ ਬਾਗ ਫੁੱਟ ਗਏ। ਰਾਸੀਆਂ ਦੇ ਜੀ ਬਾਗ ਫੁੱਟ ਗਏ, ਰਾਸੀਆਂ ਦੇ ਜੀ ਬਾਗ ਫੁੱਟ ਗਏ। ਬਾਗ ਫੁੱਟ ਗਏ। ਰਾਸੀਆਂ ਦੀ ਬਾਗ ਫੁੱਟ ਗਏ, ਰਾਸੀਆਂ ਦੀ ਬਾਗ ਫੁੱਟ ਗਏ। ਰਾਸੀਆਂ ਦੇ ਜੀ ਬਾਗ ਫੁੱਟ ਗਏ, ਰਾਸੀਆਂ ਦੇ ਜੀ ਬਾਗ ਫੁੱਟ ਗਏ। ਬਾਗ ਫੁੱਟ ਗਏ। ਰੱਬ ਦੀ ਕਦਰ ਨਾ ਜਾਣੇ, ਰਾਸੀਆਂ ਦੇ ਬਾਗ ਫੁੱਟ ਗਏ, ਪਰ ਆਏ ਰੱਬ ਦੀ ਕਦਰ ਨਾ ਹੋ ਜਾਣੀ, ਰਾਸੀਆਂ ਦੇ ਬਾਗ ਫੁੱਟ ਗਏ। ਰੱਬ ਦੀ ਕਦਰ ਨਾ ਜਾਣੇ, ਰਾਸੀਆਂ ਦੇ ਬਾਗ ਫੁੱਟ ਗਏ, ਸਾਰੇ ਰੱਬ ਦੀ ਕਦਰ ਨਾ ਜਾਣੇ, ਰਾਸੀਆਂ ਦੇ ਬਾਗ ਫੁੱਟ ਗਏ। ਬਾਗ ਫੁੱਟ ਗਏ, ਕਦਰ ਨਾ ਜਾਣੇ, ਰਾਸੀਆਂ ਦੇ ਬਾਗ ਫੁੱਟ ਗਏ। ਉਸ ਵੇਲੇ ਕਹਿੰਦੇ ਜਦੋਂ ਮਹਾਰਾਜ ਦੀ ਵੱਡੀਆਂ ਦੀ ਨਿੰਦਿਆ ਕੀਤੀ ਨਾ, ਉਸ ਵੇਲੇ ਪਾਤਸ਼ਾਹ ਜੀਆਂ ਨੇ ਮਾਨੋ ਕਿ ਕਹਿ ਦਿੱਤਾ ਤੁਹਾਨੇ ਵੱਡੀਆਂ ਦੀ ਨਿੰਦਿਆ ਕੀਤੀ ਹੈ, ਤੁਹਾਡੇ ਜਿਹੜੇ ਇਹ ਜ਼ੁਬਾਨ ਹੈ ਫਿੱਟ ਜਾਵੇਗੀ, ਜ਼ੁਬਾਨ ਬੰਦ ਹੋ ਜਾਏਗੀ ਤੁਹਾਡੀ, ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂਗਾ, ਅਸੀਂ ਰੁਲਦੇ ਫਿਰੋਗੇ। ਮਹਾਰਾਜ ਕਹਿੰਦੇ ਇਹ ਕਹਿ ਕੇ ਗੁਰੂ ਪਾਤਸ਼ਾਹ ਚਲੇ ਗਏ। ਉਸ ਵੇਲੇ ਕਹਿੰਦੇ ਸਿੱਖ ਸੰਗਤਾਂ ਨੂੰ ਜਾ ਕੇ ਕਿਹਾ ਭਾਈ ਲਿਆਓ ਚੱਕ ਕੇ ਸਰੰਦੇ, ਸਾਹ ਚੱਕੋ, ਕਰੋ ਕੀਰਤਨ। ਉਸ ਵੇਲੇ ਕਹਿੰਦੇ ਗੁਰੂ ਦੇ ਪਿਆਰਿਆਂ ਨੇ ਨਾਲ ਆਉਂਦਾ ਨਹੀਂ ਸੀਗਾ, ਜਦ ਭਾਵ ਕਿ ਗੁਰੂ ਪਾਤਸ਼ਾਹ ਦਰਬਾਰਾਂ ਵਿੱਚ ਇਹੀ ਮਰਿਆਸੀ ਹੀ ਕੀਰਤਨ ਕਰਿਆ ਕਰਦੇ, ਇਹਨਾਂ ਤੋਂ ਬਾਅਦ ਕੋਈ ਹੋਰ ਨਹੀਂ ਕਰਦਾ ਸੀਗਾ। ਪਰ ਉਸ ਵੇਲੇ ਗੁਰਸਿੱਖਾਂ ਨੂੰ ਹੁਕਮ ਹੋਇਆ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ, ਕਹਿੰਦੇ ਸਾਜ ਚੱਕੇ ਇੰਨਾ ਸੋਹਣਾ ਕੀਰਤਨ ਕੀਤਾ, ਸਿੱਖ ਸੰਗਤਾਂ ਬਹੁਤ ਖੁਸ਼ ਹੋਈਆਂ, ਮਹਾਰਾਜ ਦੀ ਬੜੀ ਕਿਰਪਾ ਹੋਈ। ਇਹਨਾਂ ਨੂੰ ਮਾਨੋ ਸਰਾਪ ਮਿਲਿਆ ਤੇ ਗੁਰਸਿੱਖਾਂ ਨੂੰ ਗੁਰੂ ਪਾਤਸ਼ਾਹ ਜਿਹੜੇ ਆ ਕੀਰਤਨਾ ਨਾ ਫਿਰ ਗੁਰੂ ਪਾਤਸ਼ਾਹ ਨੇ ਸਿੱਖ ਸੰਗਤਾਂ ਵਿੱਚ ਵੰਡ ਦਿੱਤਾ। ਹੁਣ ਕਿਸੇ ਲੋੜ ਹੀ ਨਹੀਂ ਪੈਣੀ ਕਿਸੇ ਦੀ, ਸਾਰੇ ਕਰਿਆ ਕਰੋਗੇ ਸਾਰੇ। ਉਸ ਵੇਲੇ ਜਦੋਂ ਗੁਰੂ ਦੇ ਬਾਚਨ ਹੋ ਗਏ ਨਾ, ਸਮਾਂ ਲੰਘਦਾ ਗਿਆ, ਉਹੀ ਕਹਿੰਦੇ ਸੱਥੇ ਬਲਵੰਡੇ ਦੀ ਫੇਰ ਨੀ ਰਾਏ। ਮਹਾਰਾਜ ਨੇ ਕਹਿੰਦੇ ਬਲਵੰਡ ਰਾਏ ਦਾ ਸ਼ਬਦ, ਮਹਾਰਾਜ ਵੀ ਰਾਜੇ ਨੇ, ਰਾਜੇ ਇੰਨਾ ਮਾਣ ਸਤਿਕਾਰ ਹੋ ਗਿਆ ਸੀਗਾ। ਜਦੋਂ ਗੁਰੂ ਪਾਤਸ਼ਾਹ ਦੇ ਨਾਲ ਹੰਕਾਰ ਕੀਤਾ, ਉਸ ਵੇਲੇ ਇਹਨਾਂ ਦੇ ਸਰੀਰ ਤੇ ਕੋੜ ਹੋ ਗਿਆ ਸੀ।
ਕੋਈ ਇਹਨਾਂ ਨੂੰ ਮੱਥੇ ਨਹੀਂ ਲਾਉਂਦਾ, ਗੁਰੂ ਦੇ ਫਟਕਾਰੇ ਹੋਏ ਨੇ। ਜਿੱਧਰ ਜਾਂਦੇ ਗਣਿਤ ਲੋਕ ਆਪਣੇ ਕਹਿੰਦੇ ਬੂਹੇ ਬੰਦ ਕਰ ਲੈਂਦੇ ਸੀ। ਬੂਹੇ ਉਹੀ ਲੋਕ ਸੀਗੇ ਜਦੋਂ ਇਹ ਬਾਹਰੋਂ ਅੰਦਰੋਂ ਭਾਵ ਕਿ ਘਰੋਂ ਬਾਹਰ ਨਿਕਲਦੇ ਸੀਗੇ, ਲੋਕ ਇਹਨਾਂ ਨੂੰ ਨਮਸਕਾਰਾਂ ਕਰਦੇ, ਦਰਸ਼ਨ ਕਰਦੇ, ਬੂਹੇ ਖੋਲ ਖੋਲ ਕੇ। ਗੁਰੂ ਦੇ ਰਾਗੀ ਨੇ ਬਈ, ਗੁਰੂ ਦੇ ਪਿਆਰੇ ਨੇ। ਜਿਹੜੀ ਕਦਰ ਹੈ, ਜਿਹੜੀ ਮਾਨੋ ਕਿ ਮਾਣ ਵਡਿਆਈ ਹੈ, ਗੁਰੂ ਦੇ ਨਾਲ, ਗੁਰੂ ਤੋਂ ਬਿਨਾਂ ਕਿਸੇ ਦੀ ਨਹੀਂ ਗੀ। ਨਹੀਂ ਤਾਂ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ, ਸਲਾਮਾਂ ਹੁੰਦੀਆਂ ਗੁਰਾਂ ਦੀ ਚਰਨੀ ਲੱਗਿਆ, ਟੁੱਟਿਆ ਤੋਂ ਬੂਹੇ ਭੇੜ ਦੇ, ਹੁੰਦੀਆਂ ਗੁਰਾਂ ਦੇ ਚਰਨੀ ਲੰਘਿਆ, ਟੁੱਟਿਆ ਤੋਂ ਲੋਕੀ ਬੂਹੇ ਭੇੜ ਦੇ।
ਵੇਲੇ ਜਿਹੜੀਆਂ ਸਲਾਮਾਂ ਜਦੋਂ ਬਾਹਰ ਨਿਕਲਦੇ ਸੀ ਘਰੋਂ ਜਾਂਦੇ ਤੇ ਗੁਰਾਂ ਵੱਲ, ਉਸ ਵੇਲੇ ਲੋਕੀ ਦਰਸ਼ਨ ਕਰਿਆ ਕਰਦੇ, ਆਪਣੇ ਬੱਚਿਆਂ ਨੂੰ ਦਰਸ਼ਨ ਕਰਾਇਆ ਕਰਦੇ। ਅੱਜ ਉਹ ਸਮਾਂ ਹੈ ਜਦੋਂ ਗੁਰੂ ਤੋਂ ਬੇਮੁਖ ਹੋ ਗਏ ਨਾ, ਸਾਰੇ ਲੋਕ ਪਾਸਾ ਵੱਟ ਗਏ ਵੀ ਨਾ ਇਹਨਾਂ ਦੇ ਮੱਥੇ ਲੱਗਿਆ ਕੋਈ, ਇਹ ਤਾਂ ਗੁਰੂ ਦੇ ਫਟਕਾਰੇ ਹੋਏ ਨੇ, ਕੋੜ ਹੋ ਗਿਆ, ਕੋਈ ਪਾਣੀ ਨਹੀਂ ਪੁੱਛਦਾ ਇਹਨਾਂ ਨੂੰ। ਉਸ ਵੇਲੇ ਕੋਠੇ ਚੜ ਚੜ ਕੇ ਰੋਂਦੇ ਹੁੰਦੇ ਸੀਗੇ, ਕਿਉਂਕਿ ਜਿਹੜੇ ਫਲ ਨੇ ਸਤਿਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ ਆ, ਕਹਿੰਦੇ ਜਦੋਂ ਜੀਵ ਆਪਣੇ ਕਰਮਾਂ ਦਾ ਕੀਤਾ ਫਲ ਭੋਗਦਾ ਨਾ, ਫਿਰ ਉਸ ਵੇਲੇ ਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ ਕਿ ਜਿਹੜੀ ਆਪਣੀ ਜਿੰਦਾ ਤਾਹਾਂ ਮਾਰ ਮਾਰ ਰੋਂਦੀ ਹੈ। ਇਸ ਕਰਕੇ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ, ਤਾਵਾਂ ਤਾਹਾਂ ਮਾਰ ਮਾਰ ਕੇ ਨਿਮਾਣੀ ਜਿੰਦ ਰੋਵੇ, ਜਦੋਂ ਦੁੱਖ ਪੈਂਦੇ ਚੱਲਣੇ, ਮਾਰ ਕੇ ਨਿਮਾਣੀ ਜਿੰਦ ਰੋਵੇ, ਜਦੋਂ ਦੁੱਖ ਪੈਂਦੇ ਚੱਲਣੇ, ਮਾਰ ਕੇ ਨਿਮਾਣੀ ਜਿੰਦ ਰੋਵੇ, ਜਦੋਂ ਦੁੱਖ
ਕੋਠੇ ਚੜ ਕੇ ਗੁਰੂ ਪਾਤਸ਼ਾਹ ਦੇ ਕੋਲ, ਕਿਉਂ ਗੁਰੂ ਪਾਤਸ਼ਾਹ ਨੇ ਇਹ ਕਿਹਾ ਸੀ ਵੀ ਜਿਹੜਾ ਸਾਡੇ ਕੋਲ ਇਹ ਸਿਫਾਰਿਸ਼ ਲੈ ਕੇ ਡੋਮਾਂ ਦੀ ਕੋਈ ਬਖਸ਼ ਦੋ ਇਹਨੂੰ। ਪਾਤਸ਼ਾਹ ਜੀ ਕਹਿੰਦੇ ਕਾਲਾ ਮੂੰਹ ਕਰਕੇ ਕਦੇ ਚੜਾਵਾਂਗੇ, ਬਖਸ਼ਣੇ ਨਹੀਂ ਗੇ। ਉਸ ਵੇਲੇ ਕੋਈ ਡਰਦਾ ਗੁਰੂ ਕੋਲ ਜਾਂਦਾ ਨਹੀਂ, ਬਥੇਰਿਆਂ ਦੇ ਮੂਹਰੇ ਹੱਥ ਬੰਨ੍ਹਦੇ ਵੀ ਸਾਡੀ ਗੁਰੂਆਂ ਦੇ ਕੋਲ ਭੁੱਲ ਬਖਸ਼ਾ ਦੋ। ਚਲੋ ਪਤਾ ਲੱਗਿਆ ਨੂੰ ਹੌਲੀ ਹੌਲੀ ਇਹਨਾਂ ਨੂੰ ਵੀ ਲਾਹੌਰ ਦੇ ਵਿੱਚ ਭਾਈ ਲੱਦਾ ਪਰਉਪਕਾਰੀ ਗੁਰਸਿੱਖ ਰਹਿੰਦਾ, ਗੁਰਾਂ ਦਾ ਬੜਾ ਪਿਆਰ ਹੈ। ਕਿਉਂਕਿ ਜਿਹੜੇ ਗੁਰੂ ਦੇ ਪਿਆਰੇ ਨੇ, ਜਿਵੇਂ ਗੁਰੂ ਪਾਤਸ਼ਾਹ ਕਹਿੰਦੇ ਜਨਮ ਮਰਨ ਦੋਹ ਮਹਿ ਨਾਹੀ ਜਨ ਪਰ ਉਪਕਾਰੀ। ਇਹ ਤਾਂ ਜਿਹੜੀ ਜੋੜਨ ਦੀ ਤਾਕਤ ਹੈ, ਜਿਹੜੀ ਵਡਿਆਈ ਹੈ, ਇਹ ਤਾਂ ਗੁਰੂ ਪਿਆਰਿਆਂ ਨੂੰ ਮਿਲੀ ਹੋਈ ਹੈ। ਹੋਰ ਕਿਸੇ ਵਿੱਚ ਐਡੀ ਪਾਵਰ ਨਹੀਂ ਹੈ ਵੀ ਜਿਹੜਾ ਕੋਈ ਰੱਬ ਦੇ ਨਾਲ ਜੋੜ ਦੇਵੇ, ਗੁਰੂ ਨਾਲ ਜੋੜ ਦੇਵੇ। ਇਹ ਜੁੜਿਆਂ ਦੇ ਵਿੱਚ ਹੀ ਪਾਵਰ ਹੋਇਆ ਕਰਦੀ ਹੈ, ਹੋਰ ਕੋਲ ਕਿਸੇ ਕੋਲ ਨਹੀਂ ਹੈ। ਕੋਈ ਨਹੀਂ ਜੋੜ ਸਕਦਾ ਕਿਸੇ ਰੱਬ ਦੇ ਨਾਲ। ਉਸ ਵੇਲੇ ਕਹਿੰਦੇ ਇਹ ਪੁੱਛਦੇ ਪਛਾਉਂਦੇ ਨਾ, ਦੋਏ ਭਰਾ ਸਰੀਰ ਤੇ ਫਿੱਟਿਆ ਹੋਇਆ ਇਹਨਾਂ ਦਾ। ਉਸ ਵੇਲੇ ਕਹਿੰਦੇ ਭਾਈ ਲੱਦੇ ਪਰਉਪਕਾਰੀ ਕੋਲ ਚਲੇ ਗਏ ਸੀਗੇ, ਉਹਦੇ ਬੂਹੇ ਜਾ ਕੇ ਬਹਿ ਗਏ। ਪਤਾ ਲੱਗਿਆ ਉਹਨੂੰ ਵੀ ਅੰਮ੍ਰਿਤਸਰ ਤੋਂ ਜਿਹੜੇ ਗੁਰੂ ਦੇ ਫਟਕਾਰੇ ਹੋਏ ਰਾਗੀ ਡੂਮ ਉਹ ਆਏ ਹੈ। ਉਹਨੇ ਵੀ ਮਾਨੋ ਕਿ ਬਾਹਰ ਨਹੀਂ ਖੋਲੇ, ਫਿਰ ਇਹਨੇ ਤਰਲੇ ਕੀਤੇ, ਕਹਿੰਦੇ ਭਾਈ ਲੱਦਾ ਜੀ ਤੁਹਾਡਾ ਨਾਮ ਸੁਣ ਕੇ ਅਸੀਂ ਆਏ ਆ, ਤੁਹਾਡੀ ਮਹਿਮਾ ਸੁਣ ਕੇ ਅਸੀਂ ਆਏ ਆ। ਉਸ ਵੇਲੇ ਇਹਨਾਂ ਨੇ ਬੜੇ ਤਰਲੇ ਕੀਤੇ ਕਿ ਦੱਸੋ ਕਿ ਸਾਡੀ ਮਾਨੋ ਕਿ ਗੁਰਾਂ ਦੇ ਨਾਲ ਜਿਹੜੀ ਸਾਡੀ ਭੁੱਲ ਆ ਗੁਰੂ ਤੋਂ ਬਖਸ਼ਾ ਦਿਓ, ਮੇਰਾ ਕਰੋ ਸਾਡੇ ਤੇ। ਫਿਰ ਪੁੱਛਿਆ ਵੀ ਕਿੱਦਾਂ? ਉਸ ਵੇਲੇ ਕਹਿੰਦੇ ਉਹਨੇ ਕਿਹਾ ਸੀਗਾ ਭਾਈ ਲੱਦੇ ਪਰੇ ਉਪਕਾਰੀਆਂ ਸਾਡੇ ਗੋਰਾ ਕੋਲੋਂ ਭੁੱਲ ਬਖਸ਼ਾ ਦੇ। ਲੱਦੇ ਪਰੇ ਉਪਕਾਰੀਆਂ ਸਾਡੇ ਗੋਰਾ ਕੋਲੋਂ ਭੁੱਲ ਬਖਸ਼ਾ ਦੇ। ਲੱਦਿਆ ਪਰ ਉਪਕਾਰੀਆਂ ਸਾਡੀ ਗੋਰਾ ਕੋਲੋਂ ਭੁੱਲ ਬਖਸ਼ਾ ਦੇ। ਲੱਦਿਆ ਪਰ ਉਪਕਾਰੀਆਂ ਸਾਡੀ ਗੋਰਾ ਕੋਲੋਂ ਭੁੱਲ ਬਖਸ਼ਾ ਦੇ। ਪੂਰੀ ਉਪਕਾਰੀਆਂ ਸਾਡੇ ਗੋਰਾ ਕੋਲ ਭੁੱਲ ਬਖਸ਼ਾ ਦੇ। ਭਾਈ ਲੱਦੇ ਪੂਰੀ ਉਪਕਾਰੀਆਂ ਸਾਡੇ ਗੋਰਾ ਕੋਲ ਭੁੱਲ ਬਖਸ਼ਾ ਦੇ। ਗੋਰਾ ਕੋਲ ਭੁੱਲ ਬਖਸ਼ਾ ਦੇ। ਲੱਦਿਆ ਪਰ ਉਪਕਾਰੀਆਂ ਸਾਡੀ ਗੋਰਾ ਕੋਲ ਭੁੱਲ ਬਖਸ਼ਾ ਦੇ। ਗੋਰਾ ਕੋਲ ਭੁੱਲ ਸਾਡੀ ਗੋਰਾ ਕੋਲ ਭੁੱਲ ਬਖਸ਼ਾ ਦੇ। 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 ਸਾਡੀ ਗੋਰਾ ਕੋਲ ਭੁੱਲ ਬਖਸ਼ਾ ਦੇ। ਗੋਰਾ ਕੋਲ ਭੁੱਲ ਬਖਸ਼ਾ ਦੇ। ਗੋਰਾ ਕੋਲ ਭੁੱਲ ਬਖਸ਼ਾ ਦੇ। ਸਾਡੀ ਗੋਰਾ ਕੋਲ ਭੁੱਲ ਬਖਸ਼ਾ ਦੇ। ਗੋਰਾ ਕੋਲ ਭੁੱਲ ਬਖਸ਼ਾ ਦੇ। ਭਾਈ ਲੱਦੇ ਪੂਰੇ ਉਪਕਾਰੀਆਂ ਸਾਡੇ ਗੋਰਾ ਕੋਲ ਭੁੱਲ ਬਖਸ਼ਾ ਦੇ। ਲੱਦੇ ਪੂਰੇ ਉਪਕਾਰੀਆਂ ਗੋਰਾ ਕੋਲ ਭੁੱਲ ਬਖਸ਼ਾ ਦੇ। ਲੱਦਿਆ ਪਰ ਉਪਕਾਰੀਆਂ ਗੋਰਾ ਕੋਲ ਭੁੱਲ ਬਖਸ਼ਾ ਦੇ। ਲੱਦਿਆ ਪਰ ਉਪਕਾਰੀਆਂ ਗੋਰਾ ਕੋਲ ਭੁੱਲ ਬਖਸ਼ਾ ਦੇ।
ਬੁੱਲ ਬਖਸ਼ਾਵੇ ਪਰ ਉਪਕਾਰਿਆ ਗੁਰਾਂ ਤੋਂ ਰਤਨ ਬਖਸ਼ਾਵੇ। ਉਸ ਵੇਲੇ ਕਹਿੰਦੀ ਜਦੋਂ ਪੁੱਛਿਆ ਉਹਨੇ ਸਾਰੀ ਗੱਲ, ਇਦਾਂ ਗੁਰੂ ਪਾਤਸ਼ਾਹ ਨੇ ਕਿਹਾ ਵੀ ਜਿਹੜਾ ਸਾਡੇ ਕੋਲ ਇਹਨੇ ਸਿਫਾਰਿਸ਼ ਲੈ ਕੇ ਆਊਗਾ ਉਹਦਾ ਮੂੰਹ ਕਾਲਾ ਕਰਕੇ ਗਧੇ ਤੇ ਚੜਾ ਕੇ ਮਾਨੋ ਕਿ ਜੁੱਤੀਆਂ ਦਾ ਹਾਰ ਪਾ ਕੇ ਜਲੂਸ ਕੱਢਾਂਗੇ। ਉਸ ਵੇਲੇ ਕਹਿੰਦੇ ਐਡੇ ਪਰਉਪਕਾਰੀ ਭਾਈ ਲੱਧਾ ਜੀ ਇਹਨਾਂ ਨਾਲ ਆਏ। ਕਹਿੰਦੇ ਇੱਕ ਗਧਾ ਦੇ ਲਿਆ, ਫਿਰ ਆਪਣਾ ਮੂੰਹ ਕਾਲਾ ਕਰਕੇ ਜੁੱਤੀਆਂ ਦਾ ਹਾਰ ਪਾ ਕੇ ਆਪ ਹੀ ਗਧੇ ਤੇ ਬਹਿ ਗਏ ਸੀਗੇ। ਸਾਰੇ ਸ਼ਹਿਰ ਦੇ ਵਿੱਚ ਘੁੰਮ ਕੇ ਜਦੋਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚੇ ਨੇ ਰਾਮਸਰ ਦੀ ਧਰਤੀ ਤੇ, ਉਸ ਵੇਲੇ ਕਹਿੰਦੇ ਬੜਾ ਰੌਲਾ ਜਿਹਾ ਪੈ ਰਿਹਾ ਸੀ। ਮਾਰੇ ਕਹਿੰਦੇ ਰੌਲਾ ਜਿਹਾ ਕਾਹਦਾ ਪੈਂਦਾ ਭਾਈ, ਢੋਲ ਜਿਹਾ ਕਿਉਂ ਵੱਜਦਾ, ਲੋਕ ਇਕੱਠੇ ਕਿਉਂ ਨੇ? ਪਤਾ ਲੱਗਿਆ ਕਹਿੰਦੇ ਮਹਾਰਾਜ ਜੀ ਕਹਿੰਦੇ ਭਾਈ ਲੱਧਾ ਪਰਉਪਕਾਰੀ ਕਹਿੰਦੇ ਡੋਮਾਂ ਨੂੰ ਲੈ ਕੇ ਤੁਹਾਡੇ ਕੋਲ, ਡੋਮਾਂ ਨੂੰ ਲੈ ਕੇ ਆਇਆ। ਉਸ ਵੇਲੇ ਕਹਿੰਦੇ ਮਹਾਰਾਜ ਨੂੰ ਪੁੱਛੇ, ਕਹਿੰਦੇ ਮਹਾਰਾਜ ਨੂੰ ਆਗਿਆ ਲੈ ਕੇ ਆਓ ਵੀ ਕੋਈ ਗੁਰੂ ਦਾ ਹੁਕਮ ਹੋਰ ਹੋਵੇ ਉਹ ਵੀ ਮੈਂ ਕਰ ਲਵਾਂ, ਗੁਰੂ ਨੂੰ ਖੇਚਣਾ ਨਾ ਪਵੇ। ਕਹਿੰਦੇ ਦੇਖਿਆ ਗੁਰੂ ਪਾਤਸ਼ਾਹ ਕੀ ਕਹਿਣ ਲੱਗੇ, ਭਾਈ ਲੱਧੇ ਤੂੰ ਇਹੀ ਆ ਜਾਂਦਾ। ਕਹਿੰਦੇ ਪਾ ਤੁਹਾਡੀ ਆਗਿਆ ਅਸੀਂ ਕਿਵੇਂ ਆ ਜਾਂਦਾ ਮੈਂ, ਜੇ ਕੋਈ ਹੋਰ ਕੋਈ ਤੁਹਾਡਾ ਹੁਕਮ ਹੈ ਉਹ ਦੱਸੋ, ਫਿਰ ਮੈਂ ਪੂਰਾ ਕਰਕੇ ਫਿਰ ਬੇਨਤੀ ਕਰੂੰਗਾ। ਉਸ ਵੇਲੇ ਕਹਿੰਦੇ ਗੁਰੂ ਪਾਤਸ਼ਾਹ ਦੇ ਅੱਖਾਂ ਦੇ ਵਿੱਚੋਂ ਬਰਾਗ ਦਾ ਜਲ ਆ ਗਿਆ ਸੀ। ਦੇਖ ਲਓ ਬਰਾਗ ਦਾ ਜਲ ਵੀ ਮੇਰੇ ਗੁਰੂ ਸਿੱਖ ਇੰਨੇ ਕਿਹਾ ਮਹਾਰਾਜ ਕਿਰਪਾ ਕਰ ਦਿਓ ਇਹਨਾਂ ਤੇ, ਮੇਰਾ ਕਰ ਦੋ, ਇਹਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਲਓ। ਉਸ ਵੇਲੇ ਪਾਤਸ਼ਾਹ ਕਹਿੰਦੇ ਜੋੜਨ ਦਾ ਹੈ ਯੋਗ ਹੈ ਨਹੀਂ ਸੀਗੇ ਇਹ, ਇਹਨਾਂ ਨੇ ਐਡੀ ਭੁੱਲ ਕੀਤੀ ਹੈ, ਇਹਨਾਂ ਨੇ ਗੁਰੂ ਨਾਨਕ ਦੀ ਨਿੰਦਿਆ ਕੀਤੀ, ਇਹਨਾਂ ਨੇ ਬਹੁ ਮਾੜੇ ਫਿੱਕੇ ਬੋਲੇ, ਪਰ ਤੂੰ ਆਇਆ ਤੇਰੇ ਕਰਕੇ, ਤੇਰੇ ਕਰਕੇ ਇਹਨਾਂ ਨੂੰ ਬਖਸ਼ ਦੇਣੇ। ਉਸ ਵੇਲੇ ਫਿਰ ਗੁਰੂ ਪਾਤਸ਼ਾਹ ਨੇ ਕਿਹਾ ਸੀਗਾ ਵੀ ਜਿਹੜੀ ਜੇਬਾਂ ਦੇ ਨਾਲ ਇਹਨਾਂ ਨੇ ਗੁਰੂ ਦੀ ਨਿੰਦਿਆ ਕੀਤੀ ਹੈ ਨਾ, ਉਸ ਜੇਬਾਂ ਦੇ ਨਾਲ ਗੁਰੂ ਪਾਤਸ਼ਾਹ ਦੀ ਵਡਿਆਈ ਕਰਨ। ਉਸ ਵੇਲੇ ਫਿਰ ਇਹਨਾਂ ਨੇ ਗੁਰੂ ਪਾਤਸ਼ਾਹ ਜੀ ਕਹਿੰਦੇ ਬਾਹਰ ਡਿੱਖੀ, ਚੌਥੇ ਪਹਿਲੇ ਪਾਤਸ਼ਾਹ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਵਡਿਆਈ ਕੀਤੀ। ਉੱਥੇ ਮਾਨੋ ਇਸ਼ਨਾਨ ਕਰਦੇ ਰਹੇ, ਹੌਲੀ ਹੌਲੀ ਫਿਰ ਸਾਰਾ ਇਹਨਾਂ ਦਾ ਕੋੜ ਵੀ ਹਟ ਗਿਆ, ਜ਼ੁਬਾਨ ਇਹਨਾਂ ਦੀ ਬੋਲਣ ਲੱਗ ਪਏ। ਫਿਰ ਉਸ ਵੇਲੇ ਕਿਉਂਕਿ ਗੁਰੂ ਪਾਤਸ਼ਾਹ ਜਿਹੜੀ ਇਹ ਪਾਵਰ ਹੈ ਜੋੜਨ ਦੀ, ਜਿਵੇਂ ਪਾਤਸ਼ਾਹ ਪ੍ਰਮਾਣ ਕਰਦੇ ਜਨਮ ਮਰਨ ਦੋਹ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ ਹਰਿ ਸਿਉ ਲੈਣ ਮਲਾਏ। ਇਸ ਕਰਕੇ ਪਾਤਸ਼ਾਹ ਪ੍ਰਮਾਣ ਕਰਦੇ ਨੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ।
ਇਸ ਕਰਕੇ ਜਿਹੜੇ ਸਾਧੂ ਨੇ ਪਰਉਪਕਾਰੀ ਹੁੰਦੇ, ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਕਦੇ ਆਪਣਾ ਜੋ ਪਿਛਲਾ ਕਰਮ ਆ ਨਾ ਕਦੇ ਬੰਦੇ ਨੂੰ ਭੁੱਲਣਾ ਨਹੀਂ ਚਾਹੀਦਾ, ਹਮੇਸ਼ਾ ਹੀ ਚਿੱਤ ਚੇਤੇ ਰਹਿਣਾ ਚਾਹੀਦਾ। ਇਹ ਨਿਗਾਹ ਵੀ ਜਿਹੜੇ ਗੁਰੂ ਘਰ ਨੇ ਜੇ ਕਿਸੇ ਦੇ ਸਿਰ ਤੇ ਚੱਲਦੇ ਆ, ਇਹਨਾਂ ਦਾ ਮਾਲਕ ਗੁਰੂ ਪਰਮੇਸ਼ਰ ਆਪ ਨੇ, ਆਪ ਚਲਾਉਣ ਵਾਲੇ ਨੇ। ਕਿਹੜੀ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਭਾ। ਇੱਥੇ ਤਾਂ ਇਹ ਹੈ ਮੁਰਦਿਆਂ ਜਾਨ ਪਾਉਣ ਵਾਲੇ ਪ੍ਰਮਾਤਮਾ ਗੁਰੂ ਮਹਾਰਾਜ ਨੇ ਵੀ ਇਹ ਨਹੀਂ ਵੀ ਆਪਾਂ ਉਰੇ ਕੁਛ ਕਰਦੇ, ਆਪਾਂ ਕੰਮ ਕਰਦੇ ਮੇਰੇ ਸਿਰ ਤੇ, ਨਹੀਂ, ਕਦੇ ਆਕੜ ਨਹੀਂ ਕਰਨੀ ਚਾਹੀਦੀ। ਜਿਹੜਾ ਆਪਣੀ ਜਗ੍ਹਾ ਨਾ ਛੱਡਣੀ ਨਹੀਂ ਚਾਹੀਦੀ ਕਦੇ ਵੀ। ਮੰਨੋ ਕਿ ਗੁਰੂ ਦੇ ਆਪਾਂ ਨੂੰ ਮਸਾਂ ਮਿਲੀ, ਆਪਾਂ ਮਰ ਮਰ ਕੇ ਉਹਨੂੰ ਨਿਭਾਈਏ ਵੀ ਸੱਚੇ ਪਾਤਸ਼ਾਹ ਕਿਰਪਾ ਰੱਖੀ, ਚਰਨ ਨਾਲ ਜੋੜ ਕੇ ਰੱਖੀ। ਬਸ ਤੇਰੇ ਕੋਲ ਤਾਂ ਸਾਡੇ ਵਰਗੇ ਬਹੁਤ ਨੇ, ਤੁਰੇ ਫਿਰਦੇ ਨੇ ਲੱਖੀ, ਤੁਰੇ ਫਿਰਦੇ ਸਾਡੇ ਵਰਗੇ ਤਾਂ, ਪਰ ਤੇਰੇ ਵਰਗਾ ਸਾਨੂੰ ਕਿਤੇ ਮਿਲਣਾ ਨਹੀਂਗਾ। ਇਸ ਕਰਕੇ ਹਮੇਸ਼ਾ ਗੁਰੂ ਦੇ ਨਾਲ ਆਪਣੇ ਮਾਨ ਹੰਕਾਰ ਨੂੰ ਦੂਰ ਕਰਕੇ ਗੁਰੂ ਦੀ ਸੇਵਾ ਸਿਮਰਨ ਕਰਾਂਗੇ, ਬੰਦਗੀ ਕਰਾਂਗੇ ਤਾਂ ਗੁਰੂ ਦੀਆਂ ਖੁਸ਼ੀਆਂ ਆਪਾਂ ਨੂੰ ਇੰਨੀਆਂ ਮਿਲਣਗੀਆਂ ਕਿ ਸਾਰੇ ਕਿਤੇ ਇੱਥੇ ਵੀ ਤੇ ਗਾਹਾਂ ਵੀ ਆਪਾਂ ਨੂੰ ਜੈ ਜੈਕਾਰ ਹੋਣੀ ਹੈ। ਜੇ ਗੁਰੂ ਤੋਂ ਟੁੱਟ ਗਿਆ, ਆਪਾਂ ਗੁਰੂ ਤੋਂ ਦੂਰ ਹੋ ਕੇ ਹੰਕਾਰ ਕਰਕੇ ਮੈਂ ਬਸ, ਫਿਰ ਨਾ ਉਰੇ ਕੁਛ ਨਾ ਅੱਗੇ ਕੁਛ। ਇਸ ਕਰਕੇ ਹਮੇਸ਼ਾ ਗੁਰੂ ਪਾਤਸ਼ਾਹ ਦੇ ਬਚਨ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਜਾਣੋ ਤੁਮ ਆਪੇ, ਹਮ ਰਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ। ਇਸ ਕਰਕੇ ਜਿਹੜੀ ਇਹ ਮਾਣ ਵਡਿਆਈ ਹੈ ਜੋ ਵੀ ਆਪਣੇ ਕੋਲ ਹੈ, ਇਹ ਸਾਰਾ ਗੁਰੂ ਦੀ ਕਿਰਪਾ ਦੇ ਨਾਲ ਹੈ, ਗੁਰੂ ਨਾਮ ਦੇ ਨਾਲ ਹੈ, ਗੁਰੂ ਦੀ ਮਹਿਮਾ ਨਾਲ ਹੈ। ਜੇ ਗੁਰੂ ਦੀ ਮਹਿਮਾ ਤੋਂ ਆਪਾਂ ਉਹ ਨੱਕ ਵੱਟ ਲਿਆ ਫਿਰ ਨਹੀਂ, ਫਿਰ ਕੋਈ ਨਹੀਂ ਪੁੱਛਦਾ। ਇਸ ਕਰਕੇ ਹਮੇਸ਼ਾ ਨਿਵਾਣੇ ਹੋ ਕੇ ਗੁਰੂ ਦੇ ਅੱਗੇ ਬੇਨਤੀ ਕਰੋ, ਸੱਚੇ ਪਾਤਸ਼ਾਹ ਜਿਵੇਂ ਜੋੜ ਕੇ ਰੱਖੇ ਲਾਇਆ, ਇਸੇ ਤਰ੍ਹਾਂ ਸਾਰੀ ਜ਼ਿੰਦਗੀ ਅਖੀਰਲੇ ਸਵਾਸਾਂ ਤੱਕ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੀ। ਬਸ ਸਾਡੇ ਜਿਹੜੇ ਸਵਾਸ ਨੇ ਤੇਰੇ ਚਰਨਾਂ ਵਿੱਚ ਹੀ ਪੂਰੇ ਹੋਣ, ਇਹ ਹੋਣੀ ਚਾਹੀਦੀ। ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਦੇ ਵੀ ਆਪਣੀ ਕੀਤੀ ਕਮਾਈ ਤੇ ਮਾਣ ਨਹੀਂ। ਇਹ ਤਾਂ ਗੁਰੂ ਦੀਆਂ ਬਖਸ਼ਿਸ਼ਾਂ ਨੇ, ਸੰਭਾਲ ਕੇ ਰੱਖੀ ਆਪਾਂ। ਗੁਰੂ ਪਾਤਸ਼ਾਹ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ। ਔਰ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਜਿੰਨੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚੀਆਂ ਸਭ ਦਾ ਧੰਨਵਾਦ। ਗੁਰੂ ਪਾਤਸ਼ਾਹ ਕਿਰਪਾ ਕਰੇ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰੇ। ਆਪਣੇ ਦਰੋਂ ਕਰੋ ਨਾਮਦਾਨ, ਸਿੱਖੀ ਭਰੋਸਾ ਦਾਨ ਬਖਸ਼ਿਸ਼ ਕਰਨ ਵਾਲੇ ਮਿਲ ਕੇ ਭੋਗ ਦਾ ਸਰੋਖ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਂਗੇ ਜੀ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਨਾਮ ਜਿਹਾਦ ਚੜੇ ਸੋ ਉਤਰੇ ਪਾਰ। ਪਾਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਾਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।